नाइन ब्रदर्स यूट्यूब की जानिब से अस्सलाम वालेकुम रहमतुल्लाह। हम बहुत ही प्यारी शख्सियत मुकर्रम डॉक्टर साहब से उनके हालात ज़िंदगी सुन रहे हैं, जिनको आप माशाल्लाह देख रहे हैं। मुकर्रम और मोहतरम अमीर साहब के साथ उन्होंने झंडा उठाया हुआ है, इस बारे में भी हम पता करेंगे। अलमे लेकिन नामी। अलमे नामी, तो इंशाल्लाह अब पता करते हैं कि जो गांव वालों ने बाइकाट कर दिया था, तो उस बारे में मजीद इनसे रब्ता करते हैं। जी अस्सलाम वालेकुम रहमतुल्लाह। वालेकुम सलाम हाँ जी रहमतुल्लाह। डॉक्टर साहब, बताइए अब गांव वाले के साथ जो बाइकाट हुआ है। वो एक ऐसा निशान है जो मैंने अपनी ज़िंदगी में ये देखा कि ये अल्हाम इन्नी मोहिनन मन अरादा हाना तक। ये बार बार हमने देखा अपने गांव में हमारे मतलब पूरा होता हुआ। तो ये जो मुख्तसर मैं बता देता हूँ। रवा से मैं 1900 या जहाँ जर्मनी से मैं 1997-98 में जब मैं पाकिस्तान गया तो मैं गांव गया। मैंने कहा कि देखें उन मुखालफिन का क्या हाल हुआ है। तो जब मैं गांव गया तो एक घर था जो हमारे साथ ताउन करता था, उनके घर ही गया। मैंने उनको पूछा कि उसका यूनुस खां का क्या बना, क्या हाल है। वो कहने लगे ते कन्ना नूं हथ लगाओ, मुड़ के उन्होंने ਨਾਂ ना लेना। मैंने कहा की होया। उन्हें कहा कि वो चेयरमैन सी ते एक ਉਹਦਾ ਮੁੰਡਾ ਸੀ। ਉਹ ਮੁੰਡਾ ਨਸ਼ੇ ਦਾ ਆਦੀ ਹੋ ਗਿਆ ਤੇ ਇੱਕ ਦਿਨ ਐਸਾ ਹੋਇਆ ਕਿ ਉਹਨੇ ਨਸ਼ੇ ਵਾਸਤੇ ਪੈਸੇ ਮੰਗੇ ਤੇ ਬਾਪ ਨੇ ਇਨਕਾਰ ਕਰਤਾ ਕਿ ਤੂੰ ਮੈਨੂੰ ਹੀ ਬਦਨਾਮ ਕਰਤਾ ਤੇ ਜਿਹੜਾ ਨਾ ਤੈਨੂੰ ਪੈਸੇ ਨਹੀਂ ਮਿਲਣੇ। ਉਸਨੇ ਚੂਹੇ ਮਾਰ ਗੋਲੀਆਂ ਕਹਿੰਦੇ ਨੇ ਉੱਥੇ ਜਾਂ ਕੁਝ ਖਰੀਦਿਆ ਬਾਜ਼ਾਰ ਚੋਂ। ਗਰਮੀ ਬੜੀ ਸਖਤ ਸੀ ਤੇ ਬਾਹਰ ਚਲਾ ਗਿਆ ਜੰਗਲ ਦੇ ਵਿੱਚ, 1 ਕਿਲੋਮੀਟਰ ਪਿੰਡ ਤੋਂ ਬਾਹਰ। ਤੇ ਬੇਸ ਲਾਈਨ ਸ਼ੁਰੂ ਹੁੰਦੀ ਆ ਉੱਥੇ, ਜੰਗਲ ਜਿਹਾ ਹੈ। ਉੱਥੇ ਜਾ ਕੇ ਨਾ ਉਹਨੇ ਗੋਲੀਆਂ ਖਾ ਕੇ ਉਹ ਮਰ ਗਿਆ। ਤੇ ਉਸ ਚੇਅਰਮੈਨ ਸਾਹਿਬ ਨੂੰ ਜਦੋਂ ਇਤਲਾਹ ਮਿਲੀ, ਇਹ ਆਪਣੀ ਜੀਪ ਤੇ ਗਿਆ। ਉੱਥੇ ਜਾ ਕੇ ਦੇਖਿਆ ਕਿ ਮੇਰਾ ਪੁੱਤ ਤੇ ਮਰ ਗਿਆ ਹੈ ਔਰ ਉਹਨੂੰ ਹਾਰਟ ਅਟੈਕ ਹੋਇਆ ਤੇ ਉਹ ਵੀ ਉੱਥੇ ਮਰ ਗਿਆ। ਕਹਿਣ ਲੱਗੇ ਕਿ ਪਿੰਡ ਫਿਰ 2 ਜਨਾਜ਼ੇ ਉੱਥੋਂ ਉਹਨਾਂ ਦੇ ਲੈ ਕੇ ਆਇਆ ਸੀ ਤੇ ਇਹ ਅੰਜਾਮ ਹੋਇਆ ਉਸ ਦਾ, ਜਿਸ ਨੇ ਸਾਨੂੰ ਸਰਕਾਰੀ ਮੁਸਲਮਾਨ ਬਣਾਉਣ ਦੀ ਕੋਸ਼ਿਸ਼ ਕੀਤੀ। ਔਰ ਇਸ ਤੋਂ ਬਾਅਦ ਉਹ ਜਿਹੜਾ ਨੰਬਰਦਾਰ ਬਣਦਾ ਸੀ, ਜਿਸ ਨੇ ਦਾੜੀ ਬਣਾਤੀ ਸੀ, ਉਹਦਾ ਅੰਜਾਮ ਇਹ ਹੋਇਆ ਕਿ ਉਹਦਾ ਬੇਟਾ 에ਅਰਮੈਨ ਭਰਤੀ ਹੋਇਆ ਫੌਜ 'ਚ। ਉਸਨੇ ਮੁਲਤਾਨ ਜਾ ਕੇ ਇੱਕ ਬਹੁਤ ਬੜੀ ਪਾਰਟੀ, ਜਿਨ੍ਹਾਂ ਦੀ ਲੜਕੀ ਜੋ ਹੈ ਹਾਈ ਸਕੂਲ ਦੀ ਹੈਡ ਮਿਸਟਰਸ ਲਾਹੌਰ ਲੱਗੀ ਹੋਈ, ਉਹਦੀ ਸ਼ਾਦੀ ਕਰਨੀ ਸੀ। ਇੱਕ ਭਾਈ ਉਹਨਾਂ ਦਾ ਜੱਜ ਤੇ ਇੱਕ ਭਾਈ ਉਹਨਾਂ ਦਾ ਐਕਸੀਅਨ ਸੀ ਕਿਸੇ ਮਹਿਕਮੇ ਦਾ, ਨਹਿਰ ਦੇ ਮਹਿਕਮੇ ਦਾ, ਕੀ ਅੱਛੇ ਭਲੇ ਕਾਰਾਂ ਰੱਖੀਆਂ ਉਹਨਾਂ ਨੇ। ਤੇ ਨਾਲ ਉਹ ਜ਼ਿਮੀਦਾਰ ਵੀ 20 ਮਰਬੇ ਜ਼ਮੀਨ ਉਹਨਾਂ ਦਾ ਰਿਸ਼ਤਾ ਉਹਨੇ ਝੂਠ ਬੋਲ ਕੇ ਲਿਆ ਕਿ ਮੇਰਾ ਬੇਟਾ ਜਿਹੜਾ ਨਾ ਉਹ 에ਅਰ ਫੋਰਸ ਦੇ ਵਿੱਚ ਪਾਇਲਟ ਹੈ ਤੇ ਤੁਸੀਂ ਸਾਨੂੰ ਰਿਸ਼ਤਾ ਦੇ ਦਿਓ। ਉਹਨਾਂ ਕਿਹਾ ਸ਼ਰੀਫ ਆਦਮੀ, ਬੁੱਢਾ ਆਦਮੀ ਆ, ਦਾੜੀ ਰੱਖੀ ਆ, ਤੇ ਨਮਾਜ਼ੀ ਆ, ਸਿਰ ਤੇ ਪਗੜੀ ਰੱਖੀ ਆ। ਉਹਨਾਂ ਰਿਸ਼ਤਾ ਦੇਤਾ। ਜਿਸ ਵੇਲੇ ਉਹ ਸ਼ਾਦੀ ਕਰਕੇ ਸ਼ਾਦੀ ਹੋ ਗਈ, ਲੜਕੀ ਆ ਗਈ ਪਿੰਡ 'ਚ। ਪਿੰਡ 'ਚ ਉਹਨਾਂ ਨੂੰ ਕਿਤੇ ਦੱਸਿਆ ਸੀ ਕਿ ਮੇਰੇ ਉੱਥੇ 2 ਮਰਬੇ ਬਾਗ ਆ ਜ਼ਮੀਨ ਦਾ, ਸਾਡੀ ਇੰਨੀ ਜ਼ਮੀਨ ਹੈ, ਸਾਡੀ ਕੋਠੀ ਹੈ। ਇਹ ਲੈ ਉਹਨਾਂ ਨੂੰ ਉੱਥੇ ਵਿਆਹ ਕੇ ਪਿੰਡ 'ਚ, ਜਿੱਥੇ ਬਿਜਲੀ ਵੀ ਕੋਈ ਨਹੀਂ ਸੀ। ਉਹ ਫਿਰ ਪਿੰਡ 'ਚ ਉਹਨੇ ਆ ਕੇ ਦੇਖਿਆ ਕਿ ਛੋਟਾ ਜਿਹਾ ਇਹਨਾਂ ਦਾ ਘਰ ਹੈ ਤੇ ਗਰੀਬਾਨਾ ਇਹਨਾਂ ਦੀ ਰਿਹਾਇਸ਼ ਹੈ। ਤੇ ਪਿੰਡ 'ਚ ਕੋਈ ਐਡੀ ਉਹ ਬੜੀ ਦੀਦਾ, ਜਿਸ ਤਰ੍ਹਾਂ ਪੜ੍ਹੀ ਲਿਖੀ ਲੜਕੀ ਸੀ, ਉਹ ਫੌਰਨ ਭਾਗ ਗਈ ਕਿ ਮੇਰੇ ਨਾਲ ਤੇ ਫਰਾਡ ਹੋ ਗਿਆ। ਉਹਨੇ ਪੁੱਛਿਆ ਲੜਕੀਆਂ ਨੂੰ, ਲੜਕੀਆਂ ਨੇ ਪਿੰਡ ਦੀਆਂ ਨੇ ਸਭ ਕੁਝ ਦੱਸਤਾ। ਉਹਨੇ ਕਿਹਾ ਇਹਨਾਂ ਦੀ 10 ਕਿੱਲੇ ਜ਼ਮੀਨ ਆ ਤੇ ਮੁੰਡਾ 에ਅਰ ਸਾਲ ਹੋਇਆ 에ਅਰਮੈਨ ਭਰਤੀ ਹੋਇਆ ਹੈ
ਤੇ ਉਸਨੇ ਤੇ ਜਨਾਬ ਪਿੰਡ ਇਕੱਠਾ ਕਰ ਲਿਆ, ਨੰਬਰਦਾਰ ਨੂੰ ਬੁਲਾ ਲਿਆ। ਉਸ ਤੋਂ ਬਾਅਦ ਉਹਨੇ ਕਿਹਾ ਮੈਨੂੰ ਅਭੀ ਛੋੜ ਕੇ ਆਓ, ਮੇਰੇ ਨਾਲ ਫਰਾਡ ਹੋਇਆ ਹੈ। ਉਹਦੇ ਵਾਸਤੇ ਖਾਣਾ ਆਇਆ ਤੇ ਖਾਣਾ ਵੀ ਉਹਨੇ ਸੁੱਟਤਾ। ਨੰਬਰਦਾਰ ਨੇ ਉਹਨੂੰ ਫਿਰ ਆਪਣੀ ਤਹਿਵੀਜ਼ ਲੈ ਲਿਆ। ਜਿਸ ਵੇਲੇ ਪੰਚਾਇਤ ਇਕੱਠੀ ਹੋਈ, ਸੁਬਾਹ ਉਹਨੂੰ ਲੜਕੀ ਨੂੰ ਉਹਨਾਂ ਨੇ ਮੁਲਤਾਨ ਪਹੁੰਚਾਇਆ। ਦੂਸਰੇ ਦਿਨ ਉਹਦੇ ਕਾਰ ਤੇ ਨਾਲ ਟਰੱਕ ਲੈ ਕੇ ਆਏ, ਜਿਹੜਾ ਉਹਨਾਂ ਸਮਾਨ ਦਿੱਤਾ ਸੀ। ਉਹਨਾਂ ਕਿਹਾ ਕਿ ਇੱਥੇ ਹੁਣੇ ਸਾਡੀ ਤਲਾਕ ਲਿਖੋ ਤੇ ਹੱਕ ਮਹਿਰ 50,000 ਉਸ ਸਮਾਨ 'ਚ ਲਿਖਿਆ ਸੀ। ਉਹਨੇ ਕਿਹਾ ਤੁਸੀਂ ਗਰੀਬ ਲੋਕ ਹੋ, ਤੁਸੀਂ ਮਾਫ ਕਰ ਦਿੰਦੇ ਆ ਤੁਹਾਨੂੰ, ਤੇ ਇਹ ਜਿਹੜਾ ਨਾ ਸਮਾਨ ਸਾਡਾ ਲੱਦ ਦਿਓ। ਸਮਾਨ ਜਨਾਬ ਉਹ ਉਹਨਾਂ ਨੇ ਲੱਦਿਆ ਟਰੱਕ ਵਿੱਚ। ਫਿਰ ਜਿਸ ਵੇਲੇ ਉਹ ਵਾਪਸ ਚਲੇ ਗਏ ਤੇ ਉਸ ਬੰਦੇ ਨੂੰ ਫਿਰ ਫਲਜ ਹੋ ਗਿਆ। ਤੁਹਾਨੂੰ ਪਤਾ ਹੈ ਟੈਨਸ਼ਨ ਤੇ ਬੇਇੱਜ਼ਤੀ। ਉਸ ਤੋਂ ਬਾਅਦ ਉਹ 2 ਮਹੀਨੇ ਉਹ ਮੇਰਾ ਖਿਆਲ ਹੈ ਮੰਜੀ ਤੇ इलाज लूज कराते रहे थे, लेकिन वो नहीं उठा। उस तो बाद फिर वो फौत हो गया। नहीं जी, डॉक्टर साहब ने आपको मुखालफिन अहमदियत का जो अंजाम हुआ, बद अंजाम हुआ, उसके बारे में बताया। अब हम डॉक्टर साहब से इनकी जो खिदमात हैं पाकिस्तान में जो करते किया है इन्होंने, उस बारे में अब इनसे थोड़ी सी वाक़यात पूछते हैं। जी डॉक्टर साहब, अपनी तालीम के बाद बताएं। उसके बाद मैंने FSC करके मैं फिर फैसलाबाद चला गया। मैंने दाखिला लेना था मेडिकल में, लेकिन मुझे नहीं मिल सका। फिर मैंने होम्योपैथिक का कोर्स कर लिया। होम्योपैथिक कॉलेज डिगलसपुर है फैसलाबाद में। मैंने वहाँ पे 2 साल का कोर्स किया। उसके बाद मैंने रजिस्ट्रेशन करा के 1965 में मैं फिर रब्बा शिफ्ट हो के ते रब्बा मैंने फिर छोटी सी डिस्पेंसरी तो काम शुरू किया। उस तो बाद मैं आस्ता आस्ता जब मरीज़ आने लग गए, इनकम ज़्यादा हो गई। उस तो बाद फिर मैं फार्मेसी की रजिस्ट्रेशन करवाई। अल्कोहल का कोटा डायलोशन इनू कहते होम्योपैथिक का, ਉਹਦਾ मैं मंजूर करवाया गवर्नर पंजाब तो। ਤੇ ਮੈਂ ਫਿਰ ਜਿਸ ਵੇਲੇ ਫਾਰਮੇਸੀ ਬਣਾਈ ਉਸ ਵੇਲੇ ਪਹਿਲੇ ਮੈਂ ਨਲਕੇ ਅੱਡੇ ਤੇ ਸਟਾਰਟ ਕੀਤਾ ਸੀ ਕੰਮ। ਫਿਰ ਮੈਂ ਦਾਰੁਲ ਯਮਨ ਸ਼ਰਕੀ ਦੀ ਜਿਹੜੀ ਜਗ੍ਹਾ ਲੈ ਕੇ ਮਸਜਿਦ ਦੇ ਵਿੱਚ ਦੁਕਾਨ ਬਣਾ ਕੇ ਮੈਂ ਉੱਥੇ ਫਿਰ ਖਿਦਮਤ ਸ਼ੁਰੂ ਕਰ ਦਿੱਤੀ। ਫਾਰਮੇਸੀ ਦੇ ਮੇਰੇ 18 ਆਈਟਮ ਸੀ ਤੇ 3 ਮੇਰੇ ਏਜੰਟ ਸੀ। 2 ਬੰਦੇ ਮੇਰੇ ਫਾਰਮੇਸੀ 'ਚ ਕੰਮ ਕਰਦੇ ਸੀ, ਹਰ ਵਕਤ ਦਵਾਈਆਂ ਬਣਾਉਂਦੇ ਸੀ। ਤੇ ਮਹੀਨੇ ਬਾਅਦ ਕੋਟਾ ਅਲਕੋਹਲ ਦਾ ਉਹ ਵੀ ਅਸੀਂ ਸਾਰੇ ਸਪਲਾਈ ਕਰਦੇ ਸੀ। ਸਰਗੋਦਾ, ਫੈਸਲਾਬਾਦ, ਰੱਬਾ ਤੇ ਇਹਨਾਂ ਦੋ ਅਲਕੋਹਲ ਤੋਂ ਮਤਲਬ ਹੈ ਡਾਕਟਰ ਸਾਹਿਬ ਜਿਹੜਾ ਉਹਦੇ ਚ ਹੋਮਿਓਪੈਥਿਕ ਜਿਹੜਾ ਹੋਮਿਓਪੈਥਿਕ ਚ ਡਾਇਲੂਸ਼ਨ ਬਣਦਾ ਉਹਦਾ ਉਹ ਅਲਕੋਹਲ ਹੁੰਦੀ ਹੈ ਬਗੈਰ ਕਿਸੇ ਹੋਰ ਦਵਾਈ ਤੋਂ। ਖਾਲਸ ਅਲਕੋਹਲ ਹੁੰਦੀ ਹੈ ਜਿਹੜੀ ਹੋਮਿਓਪੈਥਿਕ ਦਵਾਈਆਂ 'ਚ ਇਸਤੇਮਾਲ ਹੁੰਦੀ ਹੈ। ਉਹਦਾ ਮੈਂ ਕੋਟਾ ਐਕਸਾਈਜ਼ ਐਂਡ ਟੈਕਸੇਸ਼ਨ ਦੇ ਡਾਇਰੈਕਟਰ ਤੋਂ ਮਨਜ਼ੂਰ ਕਰਵਾਇਆ ਸੀ ਤੇ ਉਹ ਸਿਰਫ ਰੱਬਾ 'ਚ ਮੇਰੇ ਕੋਲ ਸੀ। ਇੱਕ ਸੁਲਤਾਨ ਮਜਾਦ ਹੁੰਦਾ ਸੀ, ਉਹ ਤੇ ਫਿਰ ਛੱਡ ਗਏ ਸੀ। ਫਿਰ ਮੇਰਾ ਕੰਮ ਚੱਲਦਾ ਰਿਹਾ। ਕਿੰਨੀ ਦੇਰ ਤੱਕ ਡਾਕਟਰ ਸਾਹਿਬ ਤੁਸੀਂ ਇਹ ਹੋਮਿਓਪੈਥਿਕ ਦਾ ਪਾਕਿਸਤਾਨ ਦੇ ਵਿੱਚ? ਇਹ ਮੈਂ 65 ਤੋਂ ਲੈ ਕੇ 1990 ਤੱਕ, ਮੈਂ 1991 ਚ ਮੈਂ ਦੁਕਾਨ ਬੰਦ ਕਰਕੇ ਫਿਰ ਜਰਮਨੀ ਆਇਆ। 1991 तक मेरा दुकान जारी चलती रही उत्थे अल्लाह के फजल नाल। अब नाजरीन, जैसा कि आपने सुना है कि डॉक्टर साहब ने बताया कि वो होम्योपैथिक डॉक्टर हैं। आज इसी पार्ट में हम उनकी छोटी सी, क्योंकि उन्होंने अपने कमरे में ही एक छोटी सी शरंक रखी हुई है जिसमें वो दवाइयाँ वगैरह हैं, उनसे हम थोड़ी सी मालूमात लेते हैं और साथ साथ हम बातें भी करते हैं और साथ साथ उनकी डिस्पेंसरी भी देखते हैं कि उस बारे में भी क्या है। हाँ जी डॉक्टर साहब, आए अपना ये तारुफ करवाएं थोड़ा सा। जी, ये आपने ये डिस्पेंसरी रखी हुई है कि ये किस मकसद के लिए, क्यों रखी हुई है? ये खिदमत खलक है। यहाँ तो खिदमत खलक के तहत, क्योंकि मैं वहाँ पे रबा में 3-4 65 से लेकर 1991 तक खिदमत की है। तो दोस्त मुझे रबा के बहुत से दोस्त जानते हैं
और वो अगर दूर भी हैं तो वो मुझे टेलीफोन पे ज़रिए नुस्खा पूछ लेते हैं, मैं उनको बता देता हूँ। जो नज़दीक है वो यहाँ से मेरे पास से भी ले जाते हैं दवाई। तो वो मैं खिदमत खलक का ये सिलसिला यहाँ पे शुरू किया हुआ है। तो ये अल्लाह के फजल से मौज़ाना तौर पर मरीज़ शफा हासिल करते हैं। ये रूहानी, चूँकि रूहानियत भी एक नए सिरे से हज़रत मसीह मौऊद अलैहिस्सलाम की तरफ से मिली है। उसी ज़माने से ये रूहानी इलाज होम्योपैथिक ये भी एक किस्म का, अगर इसकी पोटेंसी बनाए तो ये दवाई की रूह ही रह जाती है। इसमें कोई ठोस दवाई नहीं होती, पोटेंसी में रूह होती है, इसलिए इसको रूहानी इलाज अगर कहा जाए तो बेजाना होगा, या इसको एटमी इलाज भी कह सकते हैं, क्योंकि दवाई का एक एटम ही निकल आता है। ये कतरा इतना तकसीम होता है कि दवाई का नामो निशान मिट जाता है, सिर्फ रूह रह जाती है या एटम रह जाता है। और इसके जो असरात हैं वो मौज़ाना तौर पर बाज़ ऐसे मरीज़ भी हैं जिनको हस्पताल वाले भी जवाब दे देते हैं और उनके नज़दीक लाइलाज होती है। अल्लाह के फजल से इन दवाइयों से अगर तशखीस दुरुस्त हो जाए तो वो मौज़ाना तौर पर अल्लाह ताला ने इसमें शिफा रखी है। हाँ जी, और इस वो बारे बच्चे ठीक में होते डॉक्टर हैं। साहब और अगले पार्ट में हम पूछेंगे। मुझे इतना पता है कि जब हमारे नमाज सेंटर रूडल साहब में डॉक्टर साहब उस जमात में थे, तो जुमे के बाद अल्लाह ताला के फजल से वहाँ जितने भी दोस्त आते थे, जिनकी भी ज़रूरत होती थी, तो डॉक्टर साहब नुस्खा लिख के उनको हदायत दे के अपनी तरफ से दवाई दे के, और वो लोग शफायाब होकर डॉक्टर साहब को दुआ का कहते थे और दुआएं देते थे। तो इस सिलसिले में डॉक्टर साहब से मज़ीद अगले पार्ट में पता करते हैं करेंगे। जुड़े रहिए नाइन ब्रदर के साथ। अस्सलामु अलैकुम व रहमतुल्लाह।